ਵੈਲਕਮ ਟੂ ਪੰਜਾਬ ਸਟੱਡੀ ਹੱਬ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਇੱਕ ਪੋਲਿਟੀ ਦਾ ਇੱਕ ਸੈਸ਼ਨ ਸਟਾਰਟ ਕਰਨ ਜਾ ਰਹੇ ਹਾਂ। ਪੋਲਿਟੀ ਦੇ ਵਿੱਚ ਅਸੀਂ ਕੀ ਪੜ੍ਹਾਂਗੇ? ਪੋਲਿਟੀ ਦੇ ਵਿੱਚ ਅਸੀਂ ਪੜ੍ਹਨ ਜਾ ਰਹੇ ਹਾਂ ਮੇਕਿੰਗ ਆਫ ਕੌਂਸਟੀਟਿਊਸ਼ਨ ਤੋਂ ਸਟਾਰਟ ਹੋਵਾਂਗੇ ਕਿ ਸੰਵਿਧਾਨ ਕਿੱਦਾਂ ਬਣਿਆ, ਸੰਵਿਧਾਨ ਦੇ ਬਾਰੇ ਪੜ੍ਹਾਂਗੇ ਅਸੀਂ ਇਹਦੇ ਵਿੱਚ। ਤਾਂ ਇਸ ਦੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸੈਕਿੰਡ ਚੈਪਟਰ ਤੋਂ ਪੜ੍ਹਾ ਰਿਹਾ, ਕਿਉਂਕਿ ਹਿਸਟਰੀ ਦੇ ਪੇਪਰ ਹਿਸਟਰੀ ਜਿਹੜਾ ਇਹਦਾ ਪਹਿਲਾ ਚੈਪਟਰ ਹੈ ਉਹ ਹੈ ਹਿਸਟੋਰੀਕਲ ਬੈਕਗਰਾਊਂਡ। ਸੋ ਉਸ ਤੋਂ ਜ਼ਿਆਦਾ ਕੁਐਸਚਨ ਨਹੀਂ ਆਉਂਦੇ ਪੇਪਰ ਦੇ ਵਿੱਚ, ਮੇਨ ਆਉਂਦਾ ਮੇਕਿੰਗ ਆਫ ਕੌਂਸਟੀਟਿਊਸ਼ਨ। ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾ, ਸੋ ਉਹਦੇ ਵਾਸਤੇ ਤੁਸੀਂ ਇਸ ਦੇ ਵਿੱਚ ਇਸ ਬੁੱਕ ਜਿਹੜੀ ਇਹ ਹਰੀਹੰਤ ਦੀ ਬੁੱਕ ਹੈ, ਕਿਉਂਕਿ ਜਿਹੜੇ ਛੋਟੇ ਐਗਜ਼ਾਮ ਹੁੰਦੇ ਨੇ ਉਹਦੇ ਵਿੱਚ ਤੁਸੀਂ ਇਸ ਬੁੱਕ ਤੋਂ ਆਪਣਾ ਜਿਹੜਾ ਇਹਨੂੰ ਰਿਵਾਈਜ਼ ਕਰ ਸਕਦੇ ਹੋ, ਅਤੇ ਇਹਦੇ ਨਾਲ ਅਸੀਂ ਇਸ ਬੁੱਕ ਨੂੰ ਕੰਪਲੀਟ ਕਰਾਂਗੇ। ਠੀਕ ਹੈ ਜੀ। ਤਾਂ ਮੇਕਿੰਗ ਆਫ ਕੌਂਸਟੀਟਿਊਸ਼ਨ ਚੈਪਟਰ ਨੂੰ ਸਟਾਰਟ ਕਰ ਰਹੇ ਹਾਂ। ਤਾਂ ਪਲੀਜ਼ ਜਿਹੜੇ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਨੇ, ਤਾਂ ਪਲੀਜ਼ ਇਸ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲਿਓ। ਠੀਕ ਹੈ ਜੀ। ਅਤੇ ਆਓ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਕਹਿੰਦਾ ਪਿਆ ਜੀ ਮੇਕਿੰਗ ਆਫ ਕੌਂਸਟੀਟਿਊਸ਼ਨ। ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੈ ਕੌਂਸਟੀਟਿਊਸ਼ਨ ਕੀ ਹੈ ਜੀ? ਇੱਕ ਲੀਗਲ ਡਾਕੂਮੈਂਟ ਹੈ। ਲੀਗਲ ਡਾਕੂਮੈਂਟ ਦਾ ਮਤਲਬ ਕੀ ਹੈ? ਜਿਹਦੇ ਅਕੋਰਡਿੰਗ ਸਰਕਾਰ ਚੱਲਦੀ ਹੈ। ਸਰਕਾਰ ਦੇ ਵਿੱਚ ਨਾ ਹਰੇਕ ਬੰਦੇ ਜਿਹੜੇ ਹੁੰਦੇ ਨੇ, ਹਰੇਕ ਪਰਸਨ ਜਿਹੜਾ ਜੋ ਵੀ ਇਹਦੇ ਨਾਲ ਗਰੁੱਪ ਏ ਤੋਂ ਲੈ ਕੇ ਡੀ ਮਿਨਿਸਟਰ ਜੋ ਵੀ ਨੇ, ਸਾਰੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀਆਂ ਪਾਵਰਾਂ ਲਿਖੀਆਂ ਹੋਈਆਂ ਨੇ, ਉਹਨਾਂ ਸਾਰਿਆਂ ਦੇ ਬਾਰੇ ਲਿਖਿਆ ਹੋਇਆ ਕੌਂਸਟੀਟਿਊਸ਼ਨ ਦੇ ਵਿੱਚ। ਤਾਂ ਇਹ ਕੌਂਸਟੀਟਿਊਸ਼ਨ ਇੱਕ ਲੀਗਲ ਡਾਕੂਮੈਂਟ ਹੈ, ਅਤੇ ਇਸ ਲੀਗਲ ਡਾਕੂਮੈਂਟ ਨੂੰ ਬਣਾਉਣ ਵਾਸਤੇ ਨਾ ਅਸੀਂ 200 ਸਾਲ ਕੁਰਬਾਨੀਆਂ ਦਿੱਤੀਆਂ ਨੇ। ਅੰਗਰੇਜ਼ ਸਾਨੂੰ ਦਿੰਦੇ ਨਹੀਂ ਸੀ ਬਣਾਉਣ ਵਾਸਤੇ, ਪਰ ਇਹਦੇ ਵਾਸਤੇ 200 ਸਾਲ ਬਾਅਦ ਉਹਨਾਂ ਨੇ ਸਾਨੂੰ ਆਜ਼ਾਦ ਕੀਤਾ। ਉਸ ਤੋਂ ਪਹਿਲਾਂ ਆਜ਼ਾਦ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇਹ ਕੌਂਸਟੀਟਿਊਸ਼ਨ ਬਣਾਉਣ ਵਾਸਤੇ ਨਾ ਇੱਕ ਕੌਂਸਟੀਟਿਊਸ਼ਨ ਅਸੈਂਬਲੀ ਬਣਾ ਕੇ ਦਿੱਤੀ ਸੀ। ਉਸ ਅਸੈਂਬਲੀ ਜਿਹਨੂੰ ਆਪਾਂ ਸੰਵਿਧਾਨ ਸਭਾ ਕਹਿੰਦੇ ਹਾਂ, ਉਸ ਦੇ ਵਿੱਚ ਬੈਠ ਕੇ ਆਪਾਂ ਪਹਿਲਾਂ ਸੰਵਿਧਾਨ ਬਣਾਇਆ ਸੀ, ਅਤੇ ਉਸ ਤੋਂ ਬਾਅਦ ਸਾਡੇ ਇੰਡੀਆ ਦੇ ਵਿੱਚ ਫਿਰ ਉਹ ਸਾਨੂੰ ਆਜ਼ਾਦ ਕੀਤਾ। ਉਸ ਦੇ ਅਕੋਰਡਿੰਗ ਸਾਡਾ ਇੰਡੀਆ ਚੱਲਦਾ ਹੈ, ਇਸ ਬੁੱਕ ਦੇ ਅਕੋਰਡਿੰਗ। ਠੀਕ ਹੈ ਜੀ। ਸੋ ਉਸ ਦੇ ਬਾਰੇ ਹੀ ਹੈ, ਤਾਂ ਹੀ ਇਸ ਦਾ ਨਾਮ ਹੁਣ ਇਹਨਾਂ ਨੇ ਲਿਖਿਆ ਕਿ ਮੇਕਿੰਗ ਆਫ ਕੌਂਸਟੀਟਿਊਸ਼ਨ। ਸੋ ਇਹ ਜਿਹੜੀ ਵੀਡੀਓ ਹੈ ਨਾ, ਇਹ ਬਾਈਲੈਂਗੁਅਲ ਹੋਏਗੀ, ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ। ਠੀਕ ਹੈ ਜੀ। ਮੈਂ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ, ਪਰ ਲਿਖਣ ਦਾ ਕੋਈ ਮੈਟਰ ਨਹੀਂ ਹੈ। ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਬੋਲ ਰਿਹਾ, ਤੁਸੀਂ ਆਪਣੇ ਨੋਟਸ ਵੀ ਬਣਾ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੋਵੇਗੀ। ਕਹਿੰਦਾ ਜੀ ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਜਿਸ ਸੰਵਿਧਾਨ ਸਭਾ ਦੇ ਵਿੱਚ ਅਸੀਂ ਬੈਠ ਕੇ ਬਣਾਉਣਾ ਸੀ, ਇਹ ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਸੀ ਇਹ ਫਾਰਮਡ ਹੋਈ ਸੀ, ਮਤਲਬ ਬਣੀ ਸੀ ਨਵੰਬਰ 1946 ਦੇ ਵਿੱਚ। ਪਹਿਲਾ ਪੁਆਇੰਟ, ਨਵੰਬਰ 1946 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀਗਾ। ਇਸ ਨੂੰ ਜਿਸ ਪਲਾਨ ਦੇ ਅੰਡਰ ਬਣਾਇਆ ਗਿਆ ਸੀ, ਮਤਲਬ ਜਿਹੜੇ ਪਲਾਨ ਦੇ ਅੰਦਰ, ਉਹਦਾ ਨਾਮ ਸੀ ਕੈਬਨਿਟ ਮਿਸ਼ਨ ਪਲਾਨ। ਕੈਬਨਿਟ ਮਿਸ਼ਨ ਪਲਾਨ ਮੈਂ ਲਿਖਿਆ ਹੋਇਆ ਪਹਿਲੀ ਲਾਈਨ ਦੇ ਵਿੱਚ, ਦੇਖੋ ਉਹਨੇ ਲਿਖਿਆ ਹੀ ਹੋਇਆ ਕੈਬਨਿਟ ਮਿਸ਼ਨ ਪਲਾਨ, ਅਤੇ ਨਵੰਬਰ 1946। ਪਹਿਲੀ ਲਾਈਨ ਕਲੀਅਰ। ਕੌਂਸਟੀਟਿਊਸ਼ਨ ਅਸੈਂਬਲੀ ਬਣੀ ਸੀ। ਕੌਂਸਟੀਟਿਊਸ਼ਨ ਅਸੈਂਬਲੀ ਦਾ ਕੁਐਸਚਨ ਆ ਸਕਦਾ ਹੈ ਕਿ ਇਸ ਦਾ ਆਈਡੀਆ ਕਿਹਨੇ ਦਿੱਤਾ ਸੀ? ਇਸ ਦਾ ਆਈਡੀਆ ਦਿੱਤਾ ਸੀ MN ਰੋਏ ਨਾਮ ਦਾ ਪਰਸਨ, ਇਹਨੇ ਦਿੱਤਾ ਸੀ। ਇਹ ਕਿਹੜੀ ਪਾਰਟੀ ਤੋਂ ਸੀ? ਇਹ ਕਮਿਊਨਿਸਟ ਪਾਰਟੀ ਦਾ ਪਰਸਨ ਸੀਗਾ। ਠੀਕ ਹੈ, ਇੰਡੀਆ ਦੇ ਵਿੱਚ। ਠੀਕ ਹੈ ਜੀ। ਇਸ ਨੇ ਦੱਸਿਆ ਸੀ ਵੀ ਪਹਿਲਾਂ ਮੰਗ ਕਰੋ ਕੌਂਸਟੀਟਿਊਸ਼ਨ ਅਸੈਂਬਲੀ ਦੀ, ਜਿਹਦੇ ਵਿੱਚ ਬੈਠ ਕੇ ਇੰਡੀਆ ਦਾ ਸੰਵਿਧਾਨ ਬਣਾਇਆ ਜਾਊਗਾ। ਠੀਕ ਹੈ। ਫਿਰ 1936 ਦੇ ਵਿੱਚ ਇੰਡੀਆ ਨੇ ਕਿਉਂਕਿ ਇੰਡੀਆ ਦਾ ਇੱਕ ਪਰਸਨ ਕੌਂਸਟੀਟਿਊਸ਼ਨ ਅਸੈਂਬਲੀ ਮੰਗਣ ਵਾਸਤੇ ਕੀ ਸੀ? ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਡਿਮਾਂਡ ਨੂੰ ਅੰਗਰੇਜ਼ਾਂ ਦੇ ਸਾਹਮਣੇ 1936 ਵਾਲੇ ਟਾਈਮ ਦੇ ਵਿੱਚ ਰੱਖਿਆ। ਠੀਕ ਹੈ। ਉਹਨਾਂ ਨੇ ਇਸ ਡਿਮਾਂਡ ਨੂੰ ਅਸੈਪਟ ਕੀਤਾ 1940 ਦੇ ਵਿੱਚ, ਪਰ ਇੱਕ ਸਾਨੂੰ ਕੀ ਦਿੱਤਾ ਉਹਦੇ ਵਾਸਤੇ? ਅਗਸਤ ਆਫਰ ਅਸੀਂ ਠੁਕਰਾ ਦਿੱਤਾ ਸੀਗਾ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਕ੍ਰਿਪਸ ਮਿਸ਼ਨ ਭੇਜਿਆ। ਕ੍ਰਿਪਸ ਮਿਸ਼ਨ ਦੇ ਵਿੱਚ ਕੀ ਰੌਲਾ ਸੀਗਾ? ਕ੍ਰਿਪਸ ਮਿਸ਼ਨ ਦਾ ਮਤਲਬ ਇਹ ਸੀਗਾ ਕਿ ਕਿਉਂਕਿ ਪੂਰੇ ਦੁਨੀਆ ਦੇ ਵਿੱਚ ਵਰਲਡ ਵਾਰ 2 ਸਟਾਰਟ ਹੋ ਗਿਆ ਸੀ 39 ਤੋਂ ਲੈ ਕੇ 45 ਤੱਕ, ਜਿਹਦੇ ਵਿੱਚ ਇੰਗਲੈਂਡ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ। ਉਹਨਾਂ ਨੂੰ ਸਾਡੀ ਹੈਲਪ ਦੀ ਲੋੜ ਸੀ। ਉਹਨਾਂ ਨੇ ਸਾਨੂੰ ਮਨਾਉਣ ਵਾਸਤੇ ਇੱਕ ਮਿਸ਼ਨ ਭੇਜਿਆ ਸੀ, ਉਹਦਾ ਨਾਮ ਸੀ ਕੈਬਨਿਟ ਮਿਸ਼ਨ। ਠੀਕ ਹੈ। ਕ੍ਰਿਪਸ ਮਿਸ਼ਨ ਇਹ 1942 ਦੇ ਵਿੱਚ ਆਇਆ। ਇੰਡੀਆ ਨੇ ਇਸ ਨੂੰ ਵੀ ਠੁਕਰਾ ਦਿੱਤਾ। ਫਿਰ ਫਾਈਨਲੀ ਇੰਡੀਆ ਜਦੋਂ ਯੁੱਧ ਖਤਮ ਹੋਇਆ ਤਾਂ ਇੰਗਲੈਂਡ ਬਹੁਤ ਜ਼ਿਆਦਾ ਡਿਪਰੈਸ ਸੀ, ਜਿਸ ਕਰਕੇ 1945 ਅਤੇ 46 ਦੇ ਵਿੱਚ ਸਾਨੂੰ ਕਿਹੜਾ ਮਿਸ਼ਨ ਭੇਜਤਾ ਉਹਨਾਂ ਨੇ? ਕੈਬਨਿਟ ਮਿਸ਼ਨ ਪਲਾਨ, ਜਿਹਨੇ ਸਾਨੂੰ ਕੀ ਬਣਾ ਕੇ ਦਿੱਤੀ? ਕੌਂਸਟੀਟਿਊਸ਼ਨ ਅਸੈਂਬਲੀ। ਹੁਣ ਇਹਦੇ ਵਿੱਚ ਸਾਨੂੰ ਸੰਵਿਧਾਨ ਬਣਾਉਣਾ ਸੀ। ਟੋਟਲ ਮੈਂਬਰ ਕਿੰਨੇ ਹੋਣਗੇ ਇਸ ਅਸੈਂਬਲੀ ਦੇ ਵਿੱਚ? ਤਾਂ ਟੋਟਲ ਮੈਂਬਰ ਸੀਗੇ 389 ਮੈਂਬਰ ਟੋਟਲ ਸੀਗੇ, ਜਿਹਦੇ ਵਿੱਚ ਹੁਣ ਸਾਰੇ ਅੱਜ ਦਾ ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਇਹ ਤਿੰਨੇ ਦੇਸ਼ਾਂ ਦੇ ਵਿੱਚ ਟੋਟਲ ਮੈਂਬਰ ਆਏ ਸੀ 389। ਠੀਕ ਹੈ। ਉਹਨਾਂ ਦੇ ਵਿੱਚ ਜਿਹੜੇ ਬ੍ਰਿਟਿਸ਼ ਇੰਡੀਆ ਦੇ ਅੰਡਰ ਮੈਂਬਰ ਆਉਂਦੇ ਸੀ ਉਹ ਹੁੰਦੇ ਸੀ 296 ਮੈਂਬਰ, ਅਤੇ 93 ਸੀਟਾਂ ਹੁੰਦੀਆਂ ਸੀ ਰਾਜੇ ਰਜਵਾੜਿਆਂ ਦੀ, ਜਿਨ੍ਹਾਂ ਨੂੰ ਆਪਾਂ ਪ੍ਰਿੰਸਲੀ ਸਟੇਟ ਕਹਿੰਦੇ ਸੀ। ਇਹਨਾਂ 296 ਮੈਂਬਰਾਂ ਦੇ ਵਿੱਚੋਂ 92 ਸੀਟਾਂ ਦਾ ਸੀਗੀਆਂ ਇਕੱਲੀ ਬ੍ਰਿਟਿਸ਼ ਇੰਡੀਆ ਹੀ ਦੀਆਂ, ਪਰ 4 ਸਟੇਟਾਂ ਐਸੀਆਂ ਸੀ ਜਿਹੜੀਆਂ ਕੀ ਹੁੰਦੀਆਂ ਸੀ? ਕਮਿਸ਼ਨਰੀ ਸਟੇਟਸ।
ਕਮਿਸ਼ਨਰੀ ਸਮੇਤ ਮਤਲਬ ਅੱਜ ਤਾਂ ਯੂਟੀ ਸਮਝ ਸਕਦੇ ਹੋ, ਜਿਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਆ ਉਸ ਟਾਈਮ 'ਤੇ ਦਿੱਲੀ, ਅਜਮੇਰ, ਕੁਰਗ ਇਸ ਤਰ੍ਹਾਂ ਦੇ ਜਿਹੜੇ ਸਟੇਟ ਹੁੰਦੇ ਸੀਗੇ। ਠੀਕ ਹੈ, ਇਹ ਤੁਸੀਂ 4 ਸਟੇਟ ਯਾਦ ਰੱਖਣੇ ਨੇ, ਬਲੋਚਿਸਤਾਨ ਵਗੈਰਾ। 93 ਸੀਟਾਂ ਰਾਜੇ ਰਜਵਾੜਿਆਂ ਦੀ ਤਾਂ ਅਲੱਗ ਹੀ ਸੀਟਾਂ ਸੀਗੀਆਂ। ਠੀਕ ਹੈ, ਉਹਨਾਂ ਨੇ ਇੱਕ ਵਾਰੀ ਤਾਂ ਸਾਡੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਪਾਰਟ ਨਹੀਂ ਲਿਆ ਸੀਗਾ। ਪਰ ਰੌਲਾ ਕੀ ਹੋਇਆ ਜੀ, ਹੁਣ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਮੈਂਬਰ ਤਾਂ ਜੁੜ ਗਏ, 10 ਲੱਖ ਦੇ ਉੱਪਰ ਇੱਕ ਮੈਂਬਰ ਨੂੰ ਚੁਣਿਆ ਗਿਆ ਤਾਂ ਟੋਟਲ 389 ਮੈਂਬਰ ਆਏ, ਜਿਹਦੇ ਵਿੱਚ 93 ਮੈਂਬਰ ਤਾਂ ਹੈ ਹੀ ਨਹੀਂ ਸੀਗੇ, ਇਹ ਇਹਨਾਂ ਨੇ ਕੱਟ ਕਰ ਲਿਆ। ਠੀਕ ਹੈ, ਇਹਨਾਂ ਨੂੰ ਡਰ ਸੀ ਇੰਡੀਆ ਦੇ ਨਾਲ ਅਸੀਂ ਨਹੀਂ ਜਾਣਾ, ਸਾਡੀ ਜਿਹੜੀ ਰਿਆਸਤਾਂ ਨੇ ਖ਼ਤਮ ਹੋ ਜਾਣਗੀਆਂ। ਸੋ ਉਸ ਤੋਂ ਬਾਅਦ ਇਸ ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਬਣੀ ਸੀ ਇੰਡੀਆ ਦੇ ਵਿੱਚ, ਉਸ ਦੀ ਪਹਿਲੀ ਮੀਟਿੰਗ ਹੋਈ ਸੀ 9 ਦਸੰਬਰ 1946 ਦੇ ਵਿੱਚ। ਠੀਕ ਹੈ, ਪਰ ਇਹ 9 ਦਸੰਬਰ 1946 ਤੋਂ ਜਦੋਂ ਸਾਡੀ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਅਸੀਂ, ਤੁਹਾਨੂੰ ਪਤਾ ਇੰਡੀਆ ਦੀ ਇੱਕ ਰਵਾਇਤ ਹੈਗੀ ਹੈ, ਪੁਰਾਣੇ ਕਲਚਰ ਹੈਗਾ ਇੰਡੀਆ ਦਾ ਕਿ ਅਸੀਂ ਸਭ ਤੋਂ ਜਿਹੜਾ ਬਜ਼ੁਰਗ ਪਰਸਨ ਹੁੰਦਾ ਉਸ ਨੂੰ ਆਪਣੀ ਮੀਟਿੰਗ ਦਾ ਮੇਨ ਬੇਸ ਮੰਨ ਲੈਂਦੇ ਹਾਂ। ਤਾਂ ਸੈਂਟਰਲ ਹਾਲ ਦਿੱਲੀ ਦੇ ਵਿੱਚ ਜਦੋਂ ਮੀਟਿੰਗ ਹੋਈ 9 ਦਸੰਬਰ ਨੂੰ, ਤਾਂ ਅਸੀਂ ਟੈਂਪਰੇਰੀ ਪ੍ਰੈਜ਼ੀਡੈਂਟ ਚੁਣਿਆ। ਟੈਂਪਰੇਰੀ ਪ੍ਰੈਜ਼ੀਡੈਂਟ ਕਿਹਨਾਂ ਨੂੰ ਚੁਣਿਆ, ਅਤੇ ਅਸੀਂ ਪਹਿਲਾਂ ਸਚਿਵਾਨੰਦ ਸਿਨਹਾ ਜੀ ਨੂੰ ਸਚਿਵਾਨੰਦ ਸਿਨਹਾ ਜੀ ਨੂੰ ਚੁਣਿਆ ਸੀਗਾ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਮੀਟਿੰਗ ਹੋਈ ਸੀ 11 ਦਸੰਬਰ 1946 ਨੂੰ। ਫਿਰ ਮੀਟਿੰਗ ਦੇ ਵਿੱਚ ਅਸੀਂ ਪਰਮਾਨੈਂਟ ਪ੍ਰੈਜ਼ੀਡੈਂਟ ਪੰਡਿਤ ਜਿਹੜੇ ਸੀਗੇ ਸਾਡੇ ਰਜਿੰਦਰ ਪ੍ਰਸਾਦ ਜੀ, ਉਹਨਾਂ ਨੂੰ ਚੁਣ ਲਿਆ, ਜਿਹੜੇ ਬਾਅਦ 'ਚ ਸਾਡੇ ਪ੍ਰੈਜ਼ੀਡੈਂਟ ਵੀ ਬਣੇ। ਠੀਕ ਹੈ, ਫਿਰ 13 ਤਰੀਕ ਨੂੰ ਇੱਕ ਮੀਟਿੰਗ ਹੋਰ ਹੋਈ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਓਬਜੈਕਟਿਵ ਰੈਜ਼ੋਲੂਸ਼ਨ ਪਾਸ ਹੋਇਆ ਸੀ। ਓਬਜੈਕਟਿਵ ਰੈਜ਼ੋਲੂਸ਼ਨ ਮਤਲਬ ਪ੍ਰੀਐਂਬਲ, ਸਾਡਾ ਜਿਹੜਾ ਪ੍ਰੀਐਂਬਲ ਹੈ ਜਿਹਦੇ ਵਿੱਚ ਵੀ ਸਾਡੇ ਦੇਸ਼ ਦੇ ਵਿੱਚ ਜਿਹੜਾ ਤੁਸੀਂ ਲੋਕ ਇਕੱਠੇ ਹੋਏ ਸੰਵਿਧਾਨ ਬਣਾਉਣ ਵਾਸਤੇ, ਸਾਨੂੰ ਦੱਸਿਆ ਤਾਂ ਜਾਵੇ ਸੰਵਿਧਾਨ ਦੇ ਵਿੱਚ ਅਸੀਂ ਕੀ ਬੋਲ ਸਕਦੇ ਹਾਂ, ਕੀ ਲਿਖਣਾ ਹੈ ਇਹਦੇ ਵਿੱਚ। ਤਾਂ ਇਹ ਓਬਜੈਕਟਿਵ ਰੈਜ਼ੋਲੂਸ਼ਨ ਨਾਮ ਤੋਂ ਸਾਡਾ ਪ੍ਰੀਐਂਬਲ ਪੇਸ਼ ਕੀਤਾ ਸੀਗਾ ਪ੍ਰਸਤਾਵ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਠੀਕ ਹੈ ਜੀ, ਇਹ ਇੰਪੋਰਟੈਂਟ ਕੁਐਸਚਨ ਹੈ। ਅੱਗੇ ਚੱਲ ਕੇ ਇਹਦਾ ਨਾਮ ਪ੍ਰੀਐਂਬਲ ਰੱਖ ਦਿੱਤਾ ਸੀਗਾ ਇੰਡੀਆ ਦੇ ਵਿੱਚ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ। ਅਤੇ ਪੂਰੇ 2 ਸਾਲ 11 ਮਹੀਨੇ 18 ਦਿਨ ਲੱਗੇ ਸਾਡੇ ਕੌਂਸਟੀਟਿਊਸ਼ਨ ਨੂੰ ਫਾਈਨਲ ਹੋਣ ਵਾਸਤੇ। ਠੀਕ ਹੈ ਜੀ, 11 ਸੈਸ਼ਨ ਹੋਏ ਸੀ ਇਹਦੇ ਵਿੱਚ, 11 ਸੈਸ਼ਨ ਦੇ ਵਿੱਚ ਪੂਰੇ 2 ਸਾਲ 11 ਮਹੀਨੇ ਅਤੇ 18 ਦਿਨ। ਠੀਕ ਹੈ, ਇਹ ਇੰਨੇ ਦਿਨ ਲੱਗੇ ਸੀਗੇ। ਉਸ ਤੋਂ ਬਾਅਦ ਸਚਿਵਾਨੰਦ ਜੀ ਨੂੰ ਪਹਿਲਾਂ ਸਾਡਾ ਕੀ ਸੀਗਾ ਸੀ ਟੈਂਪਰੇਰੀ ਪ੍ਰੈਜ਼ੀਡੈਂਟ, ਰਜਿੰਦਰ ਪ੍ਰਸਾਦ ਜੀ ਨੂੰ ਸਾਡਾ ਫਾਈਨਲ ਪ੍ਰੈਜ਼ੀਡੈਂਟ, ਅਤੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਵੀ ਇਹ ਵੀ ਚੁਣਿਆ ਗਿਆ ਸੀ। ਤਾਂ ਇਹ ਯਾਦ ਰੱਖਿਆ ਜੇ, ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਸਾਡੇ HC ਮੁਖਰਜੀ ਜੀ ਨੂੰ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਪੂਰੇ ਕੌਂਸਟੀਟਿਊਸ਼ਨ ਦਾ ਕੌਂਸਟੀਟਿਊਸ਼ਨਲ ਐਡਵਾਈਜ਼ਰ ਕਿਹਨੂੰ ਚੁਣਿਆ ਗਿਆ ਸੀ, ਸੰਵਿਧਾਨ ਦੇ ਉੱਪਰ ਰਾਏ ਦੇਣ ਦਾ ਕੰਮ ਸੀਗਾ ਸਰ BN ਰਾਓ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕਹਿੰਦੇ ਆ ਜੀ ਕਿੰਨੀਆਂ ਸੀਟਾਂ ਸੀਗੀਆਂ, ਇੱਕ ਜਿਹੜੀ ਸੀਟ ਹੁੰਦੀ ਸੀ ਕਿੰਨੇ ਉੱਪਰ, 10 ਲੱਖ ਦੇ ਉੱਪਰ, 1 ਮਿਲੀਅਨ ਦੇ ਉੱਪਰ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਇਹਨਾਂ ਦੇ ਵਿੱਚ ਕਿਹੜੇ ਲੋਕ, ਪੋਪੂਲੇਸ਼ਨ ਕਿਹੜੀ ਹੁੰਦੀ ਸੀ, ਸੀਟਾਂ ਕਿਹਦੇ ਵਿੱਚ ਡਿਵਾਈਡ ਸੀ, ਮੇਜਰ 3 ਕੈਟੇਗਰੀਆਂ ਇਹਦੇ 'ਚ, ਸਿੱਖ ਹੋ ਗਏ, ਮੁਸਲਿਮ ਹੋ ਗਏ ਅਤੇ ਜਰਨਲ ਦੇ ਵਿੱਚ SC BC ਸਾਰੇ ਇਕੱਠੇ ਹੋ ਗਏ। ਠੀਕ ਹੈ ਜੀ, 3 ਹੀ ਮੇਨ ਹੁੰਦੇ ਸੀ ਉਸ ਟਾਈਮ 'ਤੇ ਕੈਟੇਗਰੀਆਂ। ਅਤੇ ਉਸ ਤੋਂ ਬਾਅਦ ਕਹਿੰਦੇ ਜੀ ਇੱਕ ਪਰਸਨ ਨੂੰ ਇੱਕ ਵੋਟ ਹੁੰਦੀ ਸੀ। ਠੀਕ ਹੈ ਜੀ, ਪ੍ਰੋਵਿੰਸ਼ੀਅਲ ਜਿਹੜੇ ਅਸੈਂਬਲੀਆਂ ਦੇ ਵਿੱਚੋਂ ਇੱਕ ਪਰਸਨ ਇੱਕ ਆਉਂਦਾ ਸੀਗਾ, ਇਹ ਵੀ ਤੁਸੀਂ ਯਾਦ ਰੱਖਣਾ। ਸਾਡਾ ਸੰਵਿਧਾਨ ਫਾਈਨਲੀ ਬਣ ਕੇ ਕਦੋਂ ਤਿਆਰ ਹੋਇਆ, 26 ਨਵੰਬਰ 1949 ਨੂੰ ਸਾਡਾ ਜਿਹੜਾ ਸੰਵਿਧਾਨ ਹੈ ਬਣ ਕੇ ਫਾਈਨਲ ਹੋ ਗਿਆ ਸੀ। ਡਰਾਫਟਿੰਗ ਕਮੇਟੀ ਨੇ ਇਸ ਨੂੰ ਫਾਈਨਲ ਕਰ ਦਿੱਤਾ ਸੀਗਾ। ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ। ਲੇਕਿਨ ਆਪਾਂ ਪੂਰਾ ਸੰਵਿਧਾਨ ਕਦੋਂ ਲਾਗੂ ਕੀਤਾ, 26 ਜਨਵਰੀ 1950 ਦੇ ਵਿੱਚ। ਤੁਹਾਨੂੰ ਪਤਾ 26 ਜਨਵਰੀ 1930 ਦੇ ਵਿੱਚ ਆਪਾਂ ਕੀ ਕੀਤਾ ਸੀਗਾ, ਸਵਰਾਜ ਦਿਵਸ ਮਨਾ ਲਿਆ ਸੀਗਾ, ਜਿਸ ਕਰਕੇ ਆਪਾਂ 26 ਜਨਵਰੀ ਨੂੰ ਆਪਣਾ ਸੰਵਿਧਾਨ ਪ੍ਰੋਪਰ ਲਾਗੂ ਕੀਤਾ। 2 ਮਹੀਨੇ ਪਹਿਲਾਂ ਹੀ ਬਣ ਗਿਆ ਸੀ ਸਾਡਾ। ਤਾਂ 26 ਜਿਹੜਾ ਨਵੰਬਰ ਹੈ ਇਸ ਨੂੰ ਆਪਾਂ ਸੰਵਿਧਾਨ ਦੇ ਦਿਵਸ ਮਨਾਉਂਦੇ ਹਾਂ, ਅਤੇ 26 ਜਨਵਰੀ ਜਿਹੜਾ ਹੈ ਇਹਨੂੰ ਆਪਾਂ ਗਣਤੰਤਰ ਦਿਵਸ ਮਤਲਬ ਰਿਪਬਲਿਕ ਡੇ ਮਨਾਉਂਦੇ ਹਾਂ, ਜਿਸ ਦਿਨ ਸੰਵਿਧਾਨ ਲਾਗੂ ਹੋਇਆ ਸੀਗਾ। ਠੀਕ ਹੈ ਜੀ, ਅਤੇ ਇਹ ਤੁਸੀਂ ਯਾਦ ਰੱਖਣਾ। ਹੁਣ ਪਤਾ ਸੰਵਿਧਾਨ ਬਣਿਆ ਸੀਗਾ ਤਾਂ ਕੋਈ ਕਮੇਟੀਆਂ ਜ਼ਰੂਰ ਬਣੀਆਂ ਹੋਣਗੀਆਂ ਜਿਨ੍ਹਾਂ ਨੇ ਸੰਵਿਧਾਨ ਦੀ ਸਾਰੀ ਪ੍ਰਕਿਰਿਆ ਕੀਤੀ ਸੀ, ਜਿਹਦੇ ਵਿੱਚ ਦੇਖੋ ਕਾਫੀ ਕਮੇਟੀਆਂ ਨੇ ਸਾਰੇ ਹਿੰਦੁਸਤਾਨ ਨੂੰ ਇਕੱਠਾ ਕਰਨ, ਕਿਉਂਕਿ ਅੰਗਰੇਜ਼ ਸਾਨੂੰ 550 ਟੁਕੜਿਆਂ ਦੇ ਵਿੱਚ ਡਿਵਾਈਡ ਕਰਕੇ ਗਏ ਸੀ, ਜਿਹਦੇ ਵਿੱਚ ਇਹਨਾਂ ਸਾਰਿਆਂ ਨੂੰ ਇਕੱਠਾ ਕਰਨ ਵਾਸਤੇ ਯੂਨੀਅਨ ਬਣਾਉਣ ਦੀ ਪਾਵਰ ਸੀ ਜੋ ਸੀ ਪੰਡਿਤ ਜਵਾਹਰ ਲਾਲ ਨਹਿਰੂ ਕੋਲ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੀ ਹੈ। ਇਹਨਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਕਰਨ ਵਾਸਤੇ ਜਿਹੜੀ ਮੇਨ ਹੁੰਦੀ ਸੀ ਫੰਡਾਮੈਂਟਲ ਰਾਈਟ ਕਿਹੜੇ ਦੇਣੇ ਨੇ, ਟਰਾਈਬਲਸ ਲੋਕਾਂ ਨਾਲ ਕਿਵੇਂ ਗੱਲ ਕਰਨੀ ਹੈ, ਪ੍ਰੋਵਿੰਸ਼ੀਅਲ ਜਿਹੜੇ ਸਟੇਟਾਂ ਨੇ ਛੋਟੀਆਂ ਮੋਟੀਆਂ ਉਹਨਾਂ ਨਾਲ ਕਿਵੇਂ ਗੱਲ ਕਰਨੀ ਹੈ, ਸਰਦਾਰ ਵੱਲਭ ਭਾਈ ਪਟੇਲ, ਬੜੀ ਇੰਪੋਰਟੈਂਟ ਕਮੇਟੀਆਂ ਸੀ ਇਹਨਾਂ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਡਰਾਫਟਿੰਗ ਕਮੇਟੀ, ਜਿਹਨੇ ਸੰਵਿਧਾਨ ਸਾਰਾ ਪੂਰਾ ਲਿਖਿਆ ਸੀ, ਮਤਲਬ ਪੂਰੇ ਇਹਦੇ 'ਤੇ ਲਿਖਿਆ ਸੀ, ਉਸੇ ਡਰਾਫਟਿੰਗ ਕਮੇਟੀ ਜਿਹਦੇ ਵਿੱਚ 7 ਮੈਂਬਰ ਹੁੰਦੇ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਹਨਾਂ ਦੇ ਚੇਅਰਮੈਨ ਸੀਗੇ ਡਾਕਟਰ BR ਅੰਬੇਦਕਰ, ਅਤੇ ਕਿੱਦਾਂ ਰੂਲ ਸਾਰਾ ਇਸਟੈਬਲਿਸ਼ ਕਰਨਾ ਹੈ ਉਹ ਸੀਗਾ ਡਾਕਟਰ ਰਜਿੰਦਰ ਪ੍ਰਸਾਦ ਜੀ ਕੋਲ।
ਤੇ ਕੌਂਸਟੀਟਿਊਸ਼ਨ ਅਸੈਂਬਲੀ ਦੇ ਸਾਰੇ ਕੰਮ ਕਿੱਦਾਂ ਚੱਲਣਗੇ ਤੁਹਾਨੂੰ ਪਤਾ ਜੀ। ਇਹ ਸੀਗੇ ਪਹਿਲੇ ਸਪੀਕਰ ਇੰਡੀਆ ਦੇ GB ਮਵਲੰਕਰ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਸਟੇਅਰਿੰਗ ਕਮੇਟੀ ਹੁੰਦੀ ਸੀ, ਠੀਕ ਹੈ ਜੀ। ਲੋਕ ਸਭਾ ਦੀ ਪ੍ਰੋਸੀਡਿੰਗਸ ਕਿੱਦਾਂ ਚੱਲਣਗੀਆਂ ਉਸ ਟਾਈਮ 'ਤੇ, ਜਿਵੇਂ ਵੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਕੀ ਚੱਲਦਾ ਪਿਆ, ਕਿਹੜਾ ਟਾਈਮ ਕਿਵੇਂ ਹੋਊਗਾ, ਇਹ ਸਾਰਾ ਹੁੰਦਾ ਸੀ ਸਟੇਅਰਿੰਗ ਕਮੇਟੀ ਡਾਕਟਰ ਰਜਿੰਦਰ ਪ੍ਰਸਾਦ ਜੀ ਕੋਲ। ਤਾਂ ਡਰਾਫਟਿੰਗ ਕਮੇਟੀ ਇਹਦੇ ਵਿੱਚ ਇੰਪੋਰਟੈਂਟ ਹੈ। ਡਰਾਫਟਿੰਗ ਕਮੇਟੀ ਜਿਹੜੀ ਹੁੰਦੀ ਸੀ ਇਹ ਬਣੀ ਸੀ 29 ਅਗਸਤ 1947 ਦੇ ਵਿੱਚ, ਠੀਕ ਹੈ। ਡਾਕਟਰ BR ਅੰਬੇਦਕਰ ਜੀ ਨੂੰ ਇਹਦਾ ਚੇਅਰਮੈਨ ਬਣਾਇਆ ਗਿਆ। ਇਹਦੇ ਵਿੱਚ ਇਹਦਾ ਕੰਮ ਸੀਗਾ, ਇਹਨਾਂ ਨੇ ਇਸ ਨੂੰ ਤਿੰਨ ਭਾਗਾਂ ਦੇ ਵਿੱਚ ਡਰਾਫਟ ਤਿਆਰ ਕੀਤੇ ਸੀ ਕੌਂਸਟੀਟਿਊਸ਼ਨ ਦੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਫਾਈਨਲੀ ਇਹਦੇ ਵਿੱਚ 7 ਮੈਂਬਰ ਸੀ, ਇੱਕੋ ਹੀ ਮੁਸਲਿਮ ਮੈਂਬਰ ਸੀ। ਉਹਦਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਨਾਮ ਦੱਸੋ ਅਗਰ ਤੁਹਾਨੂੰ ਪਤਾ ਹੈ, ਠੀਕ ਹੈ ਜੀ। ਤਾਂ ਇਹ ਤੁਸੀਂ ਆਪਣੀ ਬੁੱਕ ਦੇ ਵਿੱਚ ਵੀ ਪੜ੍ਹ ਲੈਣਾ, 7 ਮੈਂਬਰ, ਠੀਕ ਹੈ ਜੀ। ਅਤੇ ਇਹ ਤੁਸੀਂ ਜ਼ਰੂਰ ਪੜ੍ਹ ਲਿਆ ਜੀ ਪੇਪਰ ਦੇ ਵਿੱਚ। ਉਸ ਤੋਂ ਬਾਅਦ ਕਹਿੰਦੇ ਜੀ ਕੌਂਸਟੀਟਿਊਸ਼ਨ ਦੇ ਵਿੱਚ ਕੀ ਸੀਗਾ। ਕੌਂਸਟੀਟਿਊਸ਼ਨ 26 ਨਵੰਬਰ 1949 ਨੂੰ ਪੂਰਾ ਤਿਆਰ ਹੋ ਗਿਆ ਸੀਗਾ। ਉਸ ਨੂੰ ਲਾਗੂ ਕੀਤਾ ਆਪਾਂ 26 ਜਨਵਰੀ, ਆਪਾਂ ਹੁਣੇ ਪੜ੍ਹ ਕੇ ਆਏ ਹਾਂ। ਇਹਦੇ ਵਿੱਚ ਕੀ ਸੀਗੇ, 395 ਆਰਟੀਕਲ ਸੀਗੇ, 22 ਪਾਰਟ ਸੀਗੇ, 8 ਸ਼ਡਿਊਲ ਸੀਗੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ 70 ਸਾਲਾਂ ਦੇ ਵਿੱਚ ਅਸੀਂ 106 ਤੋਂ ਜ਼ਿਆਦਾ ਅਮੈਂਡਮੈਂਟ ਸੰਵਿਧਾਨ ਚੇਂਜ ਕਰ ਚੁੱਕੇ ਹਾਂ। ਅੱਜ ਇਹਦੇ ਆਰਟੀਕਲ ਕਿੰਨੇ ਨੇ, 448 ਆਰਟੀਕਲ ਹੋ ਚੁੱਕੇ ਨੇ, 12 ਸ਼ਡਿਊਲ ਹੋ ਚੁੱਕੇ ਨੇ, 25 ਪਾਰਟ ਹੋ ਚੁੱਕੇ ਨੇ। ਇਹ ਤੁਸੀਂ ਯਾਦ ਰੱਖਣਾ, ਇਹ ਅੱਜ ਦੀ ਕੰਡੀਸ਼ਨ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਮੈਂ ਹੁਣੇ ਦੱਸਿਆ ਸੀਗਾ ਅਸੀਂ 26 ਜਨਵਰੀ ਨੂੰ ਹੀ ਲਾਗੂ ਕਿਉਂ ਕੀਤਾ, ਕਿਉਂਕਿ 1930 ਦੇ ਵਿੱਚ ਅਸੀਂ ਲਾਹੌਰ ਸੈਸ਼ਨ ਦੇ ਵਿੱਚ ਮਤਾ ਪਾਸ ਕਰਕੇ ਪੂਰਨ ਸਵਰਾਜ ਦਿਵਸ ਮਨਾਇਆ ਸੀਗਾ 1930 ਦੇ ਵਿੱਚ, ਰਾਵੀ ਨਦੀ ਦੇ ਕਿਨਾਰੇ 'ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ, ਜਿਸ ਕਰਕੇ ਇਸ ਨੂੰ ਆਪਾਂ 26 ਜਨਵਰੀ ਨੂੰ ਸੰਵਿਧਾਨ ਲਾਗੂ ਕੀਤਾ ਸੀ ਪ੍ਰੋਪਰ, ਠੀਕ ਹੈ ਜੀ। ਹੁਣ ਆਪਾਂ ਨੈਕਸਟ ਚੈਪਟਰ ਦੇ ਵਿੱਚ ਪੜ੍ਹਾਂਗੇ ਕਿਹੜੀ ਚੀਜ਼ ਸੰਵਿਧਾਨ ਦੇ ਵਿੱਚ ਕਿੱਥੋਂ ਲਈ ਗਈ ਹੈ। ਤਦ ਤੱਕ ਦੇ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਲਾਈਕ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ। ਨੈਕਸਟ ਵੀਡੀਓ ਪੋਲਿਟੀ ਦੇ ਉੱਪਰ 2nd ਚੈਪਟਰ ਦੀ ਹੋਵੇਗੀ। ਅਤੇ ਆਪਣੀ ਬੁੱਕ ਦੇ ਵਿੱਚ ਕੋਈ ਵੀ ਡਾਊਟ ਆਵੇ ਪਹਿਲੇ ਚੈਪਟਰ ਤੋਂ, ਜਿਹੜਾ 2nd ਚੈਪਟਰ ਹੈ ਮੇਕਿੰਗ ਆਫ ਕੌਂਸਟੀਟਿਊਸ਼ਨ, ਤਾਂ ਮੈਨੂੰ ਪਲੀਜ਼ ਜ਼ਰੂਰ ਲਿਖਣਾ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਵੀਡੀਓ ਕਿੱਦਾਂ ਲੱਗੀ, ਅਤੇ ਮੈਨੂੰ ਇਹ ਵੀ ਜ਼ਰੂਰ ਦੱਸਿਓ, ਠੀਕ ਹੈ। ਥੈਂਕ ਯੂ ਫॉर ਵਾਚਿੰਗ।